ਇੱਕ ਜੋਗਾ ਨਾਮ ਦਾ 12-13 ਸਾਲ ਦਾ ਲੜਕਾ ਆਪਣੇ ਪਿਤਾ ਨਾਲ ਪਿਸ਼ੌਰ ਦੀ ਸੰਗਤ ਨਾਲ ਮਿਲ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਨੰਦਪੁਰ ਆਇਆ। ਇੱਕ ਦਿਨ ਗੁਰੂ ਜੀ ਨੇ ਵੇਖਿਆ ਕਿ ਇਹ ਲੜਕਾ ਬੜੇ ਪ੍ਰੇਮ ਨਾਲ ਸੰਗਤ ਦੀ ਸੇਵਾ ਕਰਦਾ ਹੈ ਅਤੇ ਫਿਰ ਬੜਾ ਮਗਨ ਹੋ ਕੇ ਦੀਵਾਨ ਵਿੱਚ ਕਥਾ ਕੀਰਤਨ ਅਤੇ ਉਪਦੇਸ਼ ਸੁਣਦਾ ਹੈ। ਆਪ ਜੀ ਨੇ ਉਸ ਨੂੰ ਆਪਣੇ ਪਾਸ ਸੱਦ ਕੇ ਪੁੱਛਿਆ, ਕਾਕਾ ਤੇਰਾ ਨਾਮ ਕੀ ਹੈ? ਇਸ ਨੇ ਹੱਥ ਜੋੜ ਕੇ ਕਿਹਾ, ਜੀ ਜੋਗਾ। ਗੁਰੂ ਜੀ ਨੇ ਫਰਮਾਇਆ, ਤੂੰ ਕਿਸ ਦੇ ਜੋਗਾ ਹੈ? ਜੋਗੇ ਨੇ ਕਿਹਾ, ਜੀ ਮੈਂ ਤੁਹਾਡੇ ਜੋਗਾ ਹਾਂ। ਗੁਰੂ ਜੀ ਨੇ ਫਰਮਾਇਆ, ਅੱਛਾ, ਜੇ ਤੂੰ ਸਾਡੇ ਜੋਗਾ ਹੈ ਤਾਂ ਫਿਰ ਅਸੀਂ ਤੇਰੇ ਜੋਗੇ ਹੋਏ। ਜਦ ਹੋਰ ਸੰਗਤ ਵਾਪਸ ਪਿਸ਼ੌਰ ਨੂੰ ਚਲੀ ਗਈ ਤਾਂ ਜੋਗੇ ਨੂੰ ਸਤਿਗੁਰੂ ਜੀ ਨੇ ਆਪਣੇ ਪਾਸ ਹੀ ਰੱਖ ਲਿਆ ਅਤੇ ਅੰਮ੍ਰਿਤ ਛਕਾ ਕੇ ਨਾਮ ਜੋਗਾ ਸਿੰਘ ਰੱਖ ਦਿੱਤਾ। ਭਾਈ ਜੋਗਾ ਸਿੰਘ ਗੁਰੂ ਜੀ ਦੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸੇਵਾ ਕਰਦਾ ਸੀ। ਜਦ ਕੁਝ ਸਾਲ ਉਸ ਨੂੰ ਸੇਵਾ ਕਰਦਿਆਂ ਨੂੰ ਬੀਤ ਗਏ ਤਾਂ ਉਸ ਦਾ ਪਿਤਾ ਗੁਰੂ ਜੀ ਪਾਸ ਆਨੰਦਪੁਰ ਆਇਆ। ਉਸ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਇਸ ਜੋਗਾ ਸਿੰਘ ਦਾ ਵਿਆਹ ਹੈ, ਆਪ ਆਗਿਆ ਦੇਵੋ, ਇਹ ਘਰ ਜਾ ਕੇ ਆਪਣਾ ਵਿਆਹ ਕਰਾ ਲਵੇ, ਉਪਰੰਤ ਫੇਰ ਇਹ ਭਾਵੇਂ ਤੁਹਾਡੇ ਪਾਸ ਹੀ ਆ ਜਾਵੇ। ਸਤਿਗੁਰੂ ਜੀ ਨੇ ਜੋਗਾ ਸਿੰਘ ਨੂੰ ਪੁੱਛਿਆ ਕਿ ਤੇਰੀ ਕੀ ਇੱਛਾ ਹੈ? ਉਸ ਨੇ ਕਿਹਾ, ਜੀ ਜਿਵੇਂ ਤੁਹਾਡਾ ਹੁਕਮ ਹੋਵੇ ਮੈਂ ਉਹੀ ਕਰਨ ਨੂੰ ਤਿਆਰ ਹਾਂ। ਸਤਿਗੁਰੂ ਜੀ ਨੇ ਫਰਮਾਇਆ, ਜੋਗਾ ਸਿੰਘ, ਹੁਣ ਤੂੰ ਆਪਣੇ ਪਿਤਾ ਨਾਲ ਘਰ ਜਾ ਕੇ ਆਪਣਾ ਵਿਆਹ ਕਰਵਾ ਅਤੇ ਫਿਰ ਅਸੀਂ ਜੋ ਆਗਿਆ ਕਰਾਂਗੇ ਉਸ ਅਨੁਸਾਰ ਕਰਨਾ। ਜੋਗਾ ਸਿੰਘ ਆਗਿਆ ਮੰਨ ਕੇ ਆਪਣੇ ਪਿਤਾ ਨਾਲ ਚਲਿਆ ਗਿਆ ਅਤੇ ਸ਼ੀਘਰ ਹੀ ਉਸ ਦੇ ਵਿਆਹ ਦਾ ਦਿਨ ਨਿਯਤ ਹੋ ਗਿਆ। ਸਹੁਰੇ ਘਰ ਜਾ ਕੇ ਢੁੱਕ ਪਿਆ। ਪਿੱਛੋਂ ਗੁਰੂ ਜੀ ਨੇ ਇੱਕ ਆਦਮੀ ਭੇਜ ਕੇ ਉਸ ਨੂੰ ਆਗਿਆ ਕੀਤੀ ਕਿ ਜਦ ਜੋਗਾ ਸਿੰਘ 2 ਲਾਵਾਂ ਲੈ ਲਵੇਗਾ ਤਾਂ ਫਿਰ ਇਹ ਸਾਡਾ ਹੁਕਮ ਉਸ ਦੇ ਹੱਥ ਵਿੱਚ ਦੇਣਾ। ਇਹ ਸਿੱਖ ਵੀ ਭਾਈ ਜੋਗਾ ਸਿੰਘ ਦੇ ਨਾਲ ਹੀ ਉਸ ਦੇ ਸਹੁਰੇ ਘਰ ਚਲਿਆ ਗਿਆ ਅਤੇ ਜਦ ਭਾਈ ਜੋਗਾ ਸਿੰਘ ਨੇ 2 ਲਾਵਾਂ ਲੈ ਲਈਆਂ ਅਤੇ ਤੀਜੀ ਵਾਸਤੇ ਤਿਆਰ ਹੋਇਆ ਤਾਂ ਸਿੱਖ ਨੇ ਗੁਰੂ ਜੀ ਦਾ ਹੁਕਮ ਉਸ ਦੇ ਹੱਥ ਫੜਾ ਦਿੱਤਾ। ਗੁਰੂ ਜੀ ਨੇ ਆਪਣੇ ਹੁਕਮ ਵਿੱਚ ਲਿਖਿਆ ਸੀ ਕਿ ਜਦ ਤੂੰ ਸਾਡਾ ਇਹ ਹੁਕਮ ਵੇਖੇ, ਉਸੇ ਵੇਲੇ ਭਾਵੇਂ ਦਿਨ ਹੋਵੇ ਭਾਵੇਂ ਰਾਤ ਸਾਡੇ ਵੱਲ ਆਨੰਦਪੁਰ ਨੂੰ ਤੁਰ ਪੈਣਾ, ਹੋਰ ਕਿਸੇ ਕੰਮ ਵਾਸਤੇ ਦੂਜਾ ਪੈਰ ਨਾ ਚੁੱਕਣਾ। ਇਹ ਹੁਕਮ ਪੜ੍ਹ ਕੇ ਭਾਈ ਜੋਗਾ ਸਿੰਘ ਬੜਾ ਹੈਰਾਨ ਹੋ ਗਿਆ ਅਤੇ ਤੀਜੀ ਲਾਂਵ ਲੈਣ ਵਾਸਤੇ ਜੋ ਖੜਾ ਹੋਇਆ ਸੀ ਉਸ ਵਾਸਤੇ ਦੂਜਾ ਪੈਰ ਨਾ ਚੁੱਕਿਆ। ਜਦ ਸਾਰੇ ਮੇਲੀ ਗੇਲੀ ਤੇ ਮਾਤਾ ਪਿਤਾ ਨੇ ਇਸ ਦਾ ਕਾਰਨ ਪੁੱਛਿਆ ਤਾਂ ਜੋਗਾ ਸਿੰਘ ਨੇ ਉਹਨਾਂ ਨੂੰ ਗੁਰੂ ਜੀ ਦਾ ਹੁਕਮ ਸੁਣਾਇਆ ਅਤੇ ਕਿਹਾ ਕਿ ਮੇਰੇ ਪਾਸੋਂ ਉਹਨਾਂ ਦੀ ਗੱਲ ਨਹੀਂ ਮੋੜੀ ਜਾਂਦੀ। ਹੁਣ ਮੈਂ ਹੋਰ ਫੇਰੇ ਕਦੀ ਵੀ ਨਹੀਂ ਫਿਰਾਂਗਾ। ਪਿਤਾ ਆਦਿਕ ਸਾਰੇ ਸੰਬੰਧੀਆਂ ਨੇ ਜੋਗਾ ਸਿੰਘ ਨੂੰ ਬਹੁਤ ਸਮਝਾਇਆ ਕਿ ਬਾਕੀ ਦੀਆਂ 2 ਲਾਵਾਂ ਲੈ ਕੇ ਫਿਰ ਤੂੰ ਚਲਿਆ ਜਾਵੀਂ। ਹੁਣ ਜੇ ਅੱਧ ਵਾਟੇ ਹੀ ਛੱਡ ਕੇ ਚਲਿਆ ਗਿਆ ਤਾਂ ਸਾਡੀ ਬਹੁਤ ਹਾਨੀ ਹੋਵੇਗੀ। ਸਿੱਖ ਅਤੇ ਸਤੀ ਨੂੰ ਇੱਕਸਾਰ ਜਾਣੋ। ਜੇ ਦੋਹਾਂ ਵਿੱਚੋਂ ਕਿਸੇ ਦਾ ਮਨ ਥੋੜਾ ਜਿਹਾ ਵੀ ਮੁੜ ਜਾਵੇ ਤਾਂ ਧਰਮ ਦੀ ਹਾਨੀ ਹੁੰਦੀ ਹੈ। ਪਰ ਭਾਈ ਜੋਗਾ ਸਿੰਘ ਨੇ ਕਿਸੇ ਦੀ ਕੋਈ ਗੱਲ ਨਾ ਮੰਨੀ ਅਤੇ ਆਖਿਆ ਕਿ ਆਹ ਮੇਰਾ ਪਰਨਾ ਲੈ ਲਵੋ ਤੇ ਇਸ ਨਾਲ ਫੇਰੇ ਦੇ ਦਿਓ, ਮੈਂ ਗੁਰੂ ਜੀ ਵੱਲ ਜਾ ਰਿਹਾ ਹਾਂ। ਭਾਈ ਜੋਗਾ ਸਿੰਘ ਸਭ ਕੁਝ ਵਿੱਚ ਹੀ ਛੱਡ ਕੇ ਆਨੰਦਪੁਰ ਨੂੰ ਤੁਰ ਪਿਆ। ਰਾਸਤੇ ਵਿੱਚ ਭਾਈ ਜੋਗਾ ਸਿੰਘ ਵਿਚਾਰਦਾ ਆਵੇ ਕਿ ਮੇਰੇ ਵਰਗਾ ਗੁਰੂ ਜੀ ਦਾ ਹੁਕਮ ਮੰਨਣ ਵਾਲਾ ਹੋਰ ਕੋਈ ਸਿੱਖ ਨਹੀਂ ਹੋ ਸਕਦਾ। ਇਹਨਾਂ ਵਿਚਾਰਾਂ ਨਾਲ ਭਾਈ ਜੋਗਾ ਸਿੰਘ ਦੇ ਮਨ ਵਿੱਚ ਬੜਾ ਹੰਕਾਰ ਹੋ ਗਿਆ ਕਿ ਹੋਰ ਕੋਈ ਵੀ ਮੇਰੇ ਵਾਂਗੂ ਇਸ ਤਰ੍ਹਾਂ ਗੁਰੂ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ। ਜੋ ਆਪਣੀ ਸੁੰਦਰ ਇਸਤਰੀ ਦੀ ਪਹਿਲੀ ਮਿਲਣੀ ਨੂੰ ਛੱਡ ਕੇ ਗੁਰੂ ਜੀ ਵੱਲ ਤੁਰ ਪਵੇ, ਇਸ ਤਰ੍ਹਾਂ ਹੀ ਮਨ ਵਿੱਚ ਗੱਟੀਆਂ ਗਿਣਦਾ ਹੰਕਾਰ ਨਾਲ ਫੁੱਲਿਆ ਹੋਇਆ ਹੁਸ਼ਿਆਰਪੁਰ ਪਹੁੰਚ ਗਿਆ ਅਤੇ ਰਾਤ ਨੂੰ ਇੱਕ ਸਰਾਂ ਵਿੱਚ ਰਾਤ ਕੱਟਣ ਵਾਸਤੇ ਠਹਿਰ ਗਿਆ। ਜੋਗਾ ਸਿੰਘ ਭਾਵੇਂ ਮਨ ਦਾ ਸ਼ੁੱਧ ਸੀ ਪਰ ਉਸ ਨੂੰ ਹੰਕਾਰ ਦਾ ਵਿਕਾਰ ਲੱਗ ਗਿਆ ਸੀ, ਜਿਸ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਇਹ ਕੌਤਕ ਰਚਿਆ। ਰਾਤ ਨੂੰ ਜਦ ਜੋਗਾ ਸਿੰਘ ਆਪਣੇ ਡੇਰੇ ਬੈਠਾ ਤਾਂ ਉਸ ਨੇ ਵੇਖਿਆ ਕਿ ਸਾਹਮਣੇ ਮਕਾਨ ਦੀ ਖਿੜਕੀ ਵਿੱਚ ਇੱਕ ਸੁੰਦਰ ਵੇਸਵਾ ਖੜੀ ਹੈ। ਉਸ ਦੇ ਰੂਪ ਨੂੰ ਵੇਖ ਕੇ ਜੋਗਾ ਸਿੰਘ ਦਾ ਮਨ ਡੋਲ ਗਿਆ, ਜਿਸ ਨੂੰ ਮਿਲਣ ਵਾਸਤੇ ਜੋਗਾ ਸਿੰਘ ਉਤਾਵਲਾ ਹੋ ਗਿਆ। ਜਦ ਇੱਕ ਪਹਿਰ ਰਾਤ ਬੀਤ ਗਈ ਤਾਂ ਜੋਗਾ ਸਿੰਘ ਆਪਣੀ ਕਾਮ ਇੱਛਾ ਦੇ ਅਧੀਨ ਹੋ ਕੇ ਉਸ ਵੇਸਵਾ ਵੱਲ ਤੁਰ ਪਿਆ। ਇਸ ਸਮੇਂ ਅੰਤਰਜਾਮੀ ਸਤਿਗੁਰੂ ਜੀ ਨੇ ਆਪਣੀ ਦੀਰਘ ਦ੍ਰਿਸ਼ਟੀ ਨਾਲ ਵੇਖਿਆ ਕਿ ਸਾਡਾ ਸਿੱਖ ਆਪਣੇ ਧਰਮ ਨੂੰ ਨਾਸ਼ ਕਰਨ ਲੱਗਾ ਹੈ। ਜੇ ਹੁਣ ਇਸ ਕੁਕਰਮ ਤੋਂ ਉਸ ਨੂੰ ਅਸੀਂ ਨਾ ਬਚਾਇਆ ਤਾਂ ਕੌਣ ਬਚਾਵੇਗਾ? ਜਿਸ ਦਾ ਧਰਮ ਨਾਸ ਹੋ ਜਾਵੇ ਉਹ ਨਰਕ ਭੋਗਦਾ ਹੈ। ਇਸ ਵਾਸਤੇ ਆਪਣੇ ਆਗਿਆਕਾਰੀ ਸਿੱਖ ਨੂੰ ਜੇ ਕਦੇ ਕਦਾਈ ਸੁਭਾਵਕ ਗਲਤੀ ਕਰੇ ਉਸ ਨੂੰ ਨਰਕਾਂ ਵਿੱਚ ਪੈਣ ਤੋਂ ਬਚਾ ਲੈਣਾ ਚਾਹੀਦਾ ਹੈ।
ਇਉਂ ਵਿਚਾਰ ਕਰਕੇ ਗੁਰੂ ਜੀ ਨੇ ਚਾਂਦੀ ਦਾ ਸੋਟਾ ਹੱਥ ਵਿੱਚ ਫੜ ਕੇ ਗਲ ਵਿੱਚ ਲੰਮਾ ਜਾਮਾ ਪਾ ਕੇ ਸ਼ਾਹੀ ਦਰਬਾਰ ਚੌਬਦਾਰ ਦਾ ਰੂਪ ਧਾਰਨ ਕਰ ਲਿਆ ਤੇ ਵੇਸਵਾ ਦੇ ਦਰਵਾਜ਼ੇ ਵਿੱਚ ਖੜੇ ਹੋਏ। ਜੋਗਾ ਸਿੰਘ ਨੇ ਜਦ ਵੇਸਵਾ ਦੇ ਦਰਵਾਜ਼ੇ ਅੱਗੇ ਇਸ ਤਰ੍ਹਾਂ ਦਾ ਚੌਬਦਾਰ ਖੜਾ ਵੇਖਿਆ ਤਾਂ ਉਸਨੇ ਵਿਚਾਰਿਆ ਕਿ ਇਸ ਦਾ ਮਾਲਕ ਕੋਈ ਰਾਜਾ ਮਹਾਰਾਜਾ ਉੱਪਰ ਵੇਸਵਾ ਪਾਸ ਗਿਆ ਹੋਵੇਗਾ, ਜਿਸ ਕਰਕੇ ਇਹ ਹੇਠਾਂ ਪਹਿਰਾ ਦੇ ਰਿਹਾ ਹੈ ਕਿ ਕੋਈ ਪੁਰਸ਼ ਉੱਪਰ ਨਾ ਜਾਵੇ। ਇਹ ਵਿਚਾਰ ਕੇ ਜੋਗਾ ਸਿੰਘ ਵਾਪਸ ਚਲਿਆ ਗਿਆ। ਜਦ ਅੱਧੀ ਰਾਤ ਹੋ ਗਈ ਤਾਂ ਜੋਗਾ ਸਿੰਘ ਫੇਰ ਵੇਸਵਾ ਦੁਆਰੇ ਗਿਆ, ਪਰ ਉਸਨੇ ਵੇਖਿਆ ਕਿ ਉਹ ਚੌਬਦਾਰ ਅੱਗੇ ਫਿਰ ਖੜਾ ਹੈ। ਜੋਗਾ ਸਿੰਘ ਫਿਰ ਵਾਪਸ ਮੁੜ ਆਇਆ ਅਤੇ ਜਦ ਇੱਕ ਪਹਿਰ ਰਾਤ ਬਾਕੀ ਰਹਿ ਗਈ ਤਾਂ ਤੀਜੀ ਵਾਰ ਫਿਰ ਗਿਆ ਅਤੇ ਚੌਬਦਾਰ ਨੂੰ ਖੜਾ ਵੇਖ ਕੇ ਫਿਰ ਮੁੜ ਆਇਆ। ਚੌਥੀ ਵਾਰ ਫਿਰ 4 ਘੜੀ ਰਾਤ ਰਹਿੰਦੀ ਜੋਗਾ ਸਿੰਘ ਨੇ ਜਾ ਕੇ ਵੇਖਿਆ ਕਿ ਚੌਬਦਾਰ ਅਜੇ ਵੀ ਖੜਾ ਹੈ। ਅਖੀਰੀ ਵਾਰ ਜਦ ਜੋਗਾ ਸਿੰਘ ਨਿਰਾਸ਼ ਹੋ ਕੇ ਪਿੱਛੇ ਮੁੜਨ ਲੱਗਾ ਤਾਂ ਚੌਬਦਾਰ ਨੇ ਆਖਿਆ, ਗੁਰੂ ਦੇ ਸਿੱਖਾ, ਤੇਰੀ ਮੱਤ ਕਿਉਂ ਮਾਰੀ ਗਈ ਹੈ? ਤੂੰ ਇਹ ਨਰਕਾਂ ਦੀ ਪੌੜੀ ਚੜ੍ਹਨ ਦਾ ਮੁੜ ਮੁੜ ਕਿਉਂ ਯਤਨ ਕਰਦਾ ਹੈ? ਹੁਣ ਆਪਣੇ ਮਾਲਕ ਦਾ ਨਾਮ ਲੈਣ ਦਾ ਵੇਲਾ ਹੋ ਗਿਆ ਹੈ। ਜਾ ਇਸ਼ਨਾਨ ਕਰਕੇ ਮਨ ਤਨ ਨੂੰ ਸ਼ਾਂਤ ਕਰਕੇ ਮਾਲਕ ਨਾਲ ਜੁੜ। ਚੌਬਦਾਰ ਦੇ ਇਹ ਬਚਨ ਸੁਣ ਕੇ ਭਾਈ ਜੋਗਾ ਸਿੰਘ ਨੂੰ ਆਪਣੇ ਧਰਮ ਦਾ ਗਿਆਨ ਹੋ ਗਿਆ ਅਤੇ ਸ਼ਰਮਸਾਰ ਹੋ ਕੇ ਆਪਣੇ ਡੇਰੇ ਆਣ ਕੇ ਇਸ਼ਨਾਨ ਪਾਣੀ ਕਰਕੇ ਮਨ ਨੂੰ ਤਿਰਕਾਰਾਂ ਪਾਈਆਂ ਕਿ ਜੇ ਇਹ ਚੌਬਦਾਰ ਨਾ ਹੁੰਦਾ ਤਾਂ ਉਪਦਰ ਹੋ ਜਾਣਾ ਸੀ ਅਤੇ ਮੈਂ ਨਰਕਗਾਮੀ ਹੋ ਜਾਣਾ ਸੀ। ਇਸ ਤਰ੍ਹਾਂ ਪਛਤਾਪ ਕਰਦਾ ਹੋਇਆ ਅਨੰਦਪੁਰ ਨੂੰ ਚੱਲ ਪਿਆ। ਅਨੰਦਪੁਰ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਦੀਵਾਨ ਵਿੱਚ ਗੁਰੂ ਜੀ ਦੇ ਪਾਸ ਹੀ ਬੈਠ ਗਿਆ। ਗੁਰੂ ਜੀ ਨੇ ਕਿਹਾ, ਜੋਗਾ ਸਿੰਘ ਆਪਣਾ ਵਿਆਹ ਵਿੱਚ ਹੀ ਛੱਡ ਕੇ ਘਰ ਤੋਂ ਆਇਆ ਹੈ। ਵੇਖੋ ਇਸ ਨੇ ਕਿਤਨਾ ਵੱਡਾ ਸਿਦਕ ਕਮਾਇਆ ਹੈ। 2 ਲਾਵਾਂ ਲਈਆਂ ਸਨ, 2 ਰਹਿੰਦੀਆਂ ਸਨ ਕਿ ਸਾਡਾ ਹੁਕਮ ਪੜ੍ਹ ਕੇ ਵਿੱਚੇ ਹੀ ਲਾਵਾਂ ਛੱਡ ਕੇ ਤੁਰ ਪਿਆ। ਇਉਂ ਜਦ ਗੁਰੂ ਜੀ ਮੈਦਾਨ ਵਿੱਚ ਬੈਠੇ ਸਿੰਘਾਂ ਨੂੰ ਹੱਸ-ਹੱਸ ਕੇ ਬਚਨ ਸੁਣਾ ਰਹੇ ਸਨ ਤਾਂ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਇਸ ਵਿੱਚ ਕੀ ਭੇਦ ਹੈ ਕਿ ਆਪ ਜੀ ਬਚਨ ਕਰਕੇ ਹੱਸ ਰਹੇ ਹੋ? ਗੁਰੂ ਜੀ ਨੇ ਕਿਹਾ, ਇਸ ਨੂੰ ਹੀ ਪੁੱਛ ਲਵੋ ਜਿਸ ਨੇ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਸਾਨੂੰ ਇਸ ਦੀ ਰੱਖਿਆ ਵਾਸਤੇ ਵੇਸਵਾ ਦੇ ਦੁਆਰੇ ਅੱਗੇ ਸਾਰੀ ਰਾਤ ਚੌਬਦਾਰ ਦਾ ਰੂਪ ਧਾਰਨ ਕਰਕੇ ਪਹਿਰਾ ਦੇਣਾ ਪਿਆ ਤੇ ਇਸ ਨੂੰ ਕੁਕਰਮ ਕਰਨ ਤੋਂ ਬਚਾਇਆ। ਜੋਗਾ ਸਿੰਘ ਇਹ ਗੱਲ ਸੁਣ ਕੇ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਆਖਿਆ, ਆਪ ਧੰਨ ਹੋ ਜਿਨ੍ਹਾਂ ਨੇ ਮੈਨੂੰ ਨਰਕਾਂ 'ਚ ਡਿੱਗਦੇ ਨੂੰ ਬਚਾ ਲਿਆ ਹੈ। ਆਪ ਧੰਨ ਹੋ, ਤੁਸੀਂ ਆਪਣੇ ਬਿਰਦ ਦੀ ਪਾਲਣਾ ਕਰਨ ਲਈ ਆਪਣੇ ਸਿੱਖਾਂ ਵਾਸਤੇ ਆਪਣੀ ਮਾਨ ਵਡਿਆਈ ਦੀ ਪਰਵਾਹ ਨਹੀਂ ਕਰਦੇ। ਹੁਣ ਇਹ ਗੱਲ ਤੁਸਾਂ ਕੋਈ ਨਵੀਂ ਨਹੀਂ ਕੀਤੀ, ਤੁਸਾਂ ਸਦਾ ਹੀ ਐਸਾ ਕਰਦੇ ਆਏ ਹੋ ਜੈਸਾ ਕਿ ਨਾਮਦੇਵ ਦਾ ਤੁਸਾਂ ਨੇ ਛਪਰ ਛਾਇਆ, ਧੰਨੇ ਦੇ ਤੁਸਾਂ ਨੇ ਬੱਚੇ ਚਾਰੇ, ਕਬੀਰ ਵਾਸਤੇ ਤੁਸੀਂ ਵਣਜਾਰੇ ਬਣੇ, ਤਿਵੇਂ ਹੀ ਹੁਣ ਤੁਸੀਂ ਚੌਬਦਾਰ ਬਣ ਕੇ ਮੈਨੂੰ ਬਚਾ ਲਿਆ ਹੈ। ਇਸ ਤਰ੍ਹਾਂ ਜਦ ਜੋਗਾ ਸਿੰਘ ਨੇ ਗੁਰੂ ਜੀ ਅੱਗੇ ਬੇਨਤੀਆਂ ਕਰਕੇ ਆਪਣੀ ਭੁੱਲ ਬਖਸ਼ਵਾਈ ਤਾਂ ਆਪ ਜੀ ਨੇ ਆਪਣੀ ਗਿਆਨ ਦ੍ਰਿਸ਼ਟੀ ਨਾਲ ਉਸ ਨੂੰ ਨਿਹਾਲ ਕਰ ਦਿੱਤਾ ਅਤੇ ਥਾਪੜਾ ਦੇ ਕੇ ਆਖਿਆ ਕਿ ਜਾਓ, ਘਰ ਜਾ ਕੇ ਗ੍ਰਹਿਸਥੀ ਧਾਰਨ ਕਰਕੇ ਸਿੱਖੀ ਸਿਦਕ ਨਿਭਾ ਕੇ ਆਪਣਾ ਜੀਵਨ ਸਫਲ ਕਰੋ। ਭਾਈ ਜੋਗਾ ਸਿੰਘ ਆਗਿਆ ਅਨੁਸਾਰ ਆਪਣੇ ਘਰ ਪਸ਼ੌਰ ਚਲਿਆ ਗਿਆ। ਕੁਝ ਸਮਾਂ ਗ੍ਰਹਿਸਥੀ ਜੀਵਨ ਬਤੀਤ ਕਰਕੇ ਫਿਰ ਗੁਰੂ ਚਰਨਾਂ ਵਿੱਚ ਹੀ ਆਣ ਕੇ ਸੇਵਾ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਹੋਇਆ। ਭਾਈ ਜੋਗਾ ਸਿੰਘ ਦਾ ਗੁਰਦੁਆਰਾ ਪਸ਼ੌਰ ਸ਼ਹਿਰ ਵਿੱਚ ਇੱਕ ਪ੍ਰਸਿੱਧ ਅਸਥਾਨ ਹੈ ਜੋ ਹੁਣ ਪਾਕਿਸਤਾਨ 'ਚ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।